ਰਾਜੇ ਆਪਣਾ ਨੈਕਸਟ ਟੌਪਿਕ ਹੈ ਦੈਟ ਇਜ਼ ਸਟ੍ਰੈਸ ਫਿਜ਼ੀਓਲੋਜੀ। ਸਟ੍ਰੈਸ ਫਿਜ਼ੀਓਲੋਜੀ ਦੇ ਵਿੱਚ ਆਪਾਂ ਡਿਫਰੈਂਟ ਕਨਸੈਪਟਸ ਕਰਾਂਗੇ ਰਿਗਾਰਡਿੰਗ ਦ ਸਟ੍ਰੈਸ ਵਿਚ ਆਰ ਫੇਸਿੰਗ ਬਾਏ ਦ ਪਲਾਂਟਸ ਐਂਡ ਹਾਊ ਦੇ ਕੈਨ ਡੀਲ ਵਿਦ ਦੈਟ। ਠੀਕ ਹੈ, ਸੋ ਇਸ ਦੇ ਵਿੱਚੋਂ ਕੁਝ ਚੀਜ਼ਾਂ ਜਿਹੜੀਆਂ ਨੇਗੀਆਂ ਤੁਸੀਂ ਪਹਿਲਾਂ ਵੀ ਪੜ੍ਹੀਆਂ ਨੇਗੀਆਂ ਔਰ ਕਹਿ ਲਓ ਕਿ ਕੁਝ ਫੈਕਟਰਸ ਜਿਹੜੇ ਆ ਬਹੁਤ ਕਾਮਨ ਹੈ ਜੋ ਆਪਾਂ ਪਹਿਲਾਂ ਵੀ ਜਾਂ ਜੂਨੀਅਰ ਕਲਾਸਿਸ ਦੇ ਵਿੱਚ ਵੀ ਪੜ੍ਹ ਕੇ ਆਏ ਹਾਂ। ਠੀਕ ਹੈ, ਸੋ ਕੋਈ ਜ਼ਿਆਦਾ ਮੁਸ਼ਕਿਲ ਨਹੀਂ ਹੈਗਾ ਸਟ੍ਰੈਸ ਫਿਜ਼ੀਓਲੋਜੀ। ਹਾਂ, ਥੋੜ੍ਹਾ ਬੋਰਿੰਗ ਟੌਪਿਕ ਜ਼ਰੂਰ ਹੈ। ਇਟ ਵਿਲ ਬੀ ਬੋਰਿੰਗ ਟੂ ਯੂ ਬਿਕੋਜ਼ ਇਹ ਚੀਜ਼ਾਂ ਰੈਪਿਟ ਔਨ ਵੀ ਹੈਗੀਆਂ ਨੇਗੀਆਂ, ਇਸ ਦੇ ਵਿੱਚ ਰਿਪੀਟ ਔਰ ਰਿਪੀਟ ਹੀ ਨੇਗੀਆਂ ਸਾਰੀਆਂ। ਸੋ ਐਨੀਵੇਜ਼ ਆਈ ਵਿਲ ਟਰਾਈ ਮਾਈ ਬੈਸਟ ਕਿ ਤੁਹਾਨੂੰ ਬੋਰਿੰਗ ਨਾ ਲੱਗੇ। ਸੋ ਆਪਣੇ ਕੋਲ ਰਾਜੇ ਜਿਹੜਾ ਸਟ੍ਰੈਸ ਫਿਜ਼ੀਓਲੋਜੀ ਦੇ ਵਿੱਚ ਸਭ ਤੋਂ ਪਹਿਲੀ ਚੀਜ਼ ਸਮਝਣ ਲਈ ਕੀ ਹੈ ਕਿ ਵਾਟ ਇਜ਼ ਸਟ੍ਰੈਸ। ਸਟ੍ਰੈਸ ਹੈ ਕੀ ਹੈ। ਸਟ੍ਰੈਸ ਬੇਸਿਕਲੀ ਆਪਾਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਲਾਈਕ ਐਕਸਟਰਨਲ ਫੈਕਟਰ ਹੈ। ਕੋਈ ਵੀ ਐਕਸਟਰਨਲ ਫੈਕਟਰ ਜਿਸ ਦੇ ਥਰੂ ਇੱਕ ਫੋਰਸ ਜਨਰੇਟ ਹੋ ਰਹੀ ਹੈ ਦੈਟ ਵਿਲ ਕ੍ਰੀਏਟ ਅ ਡਿਸਐਡਵਾਂਟੇਜੀਅਸ ਇਨਫਲੂਐਂਸ ਔਨ ਦੀ ਪਲਾਂਟ। ਠੀਕ ਹੈ, ਕਿ ਜਿਹੜਾ ਉਹ ਫੋਰਸ ਜਾਂ ਉਹ ਕੋਈ ਫੈਕਟਰ ਐਕਸਟਰਨਲ ਫੈਕਟਰ ਜਦੋਂ ਇੰਪਲੀਮੈਂਟ ਹੁੰਦਾ ਪਲਾਂਟ ਦੇ ਉੱਤੇ ਤਾਂ ਉਹਦੇ ਰਿਗਾਰਡਿੰਗ ਕਹਿ ਲਓ ਕਿ ਇੱਕ ਹਾਰਮਫੁਲ ਇਨਫਲੂਐਂਸਸ ਜਾਂ ਹਾਰਮਫੁਲ ਅਫੈਕਟ ਜਿਹੜੇ ਨੇਗੇ ਉਹ ਪਲਾਂਟਸ ਦੇ ਵਿੱਚ ਪਾਏ ਜਾਂਦੇ ਆ। ਠੀਕ ਹੈ, ਜਾਂ ਕੋਈ ਉਸੇ ਕਹਿ ਲਓ ਕਿ ਫਿਜ਼ੀਓਲੋਜੀਕਲ ਰੋਲ ਦੇ ਵਿੱਚ ਕੋਈ ਕਮੀ ਆ ਜਾਵੇ ਲਾਈਕ ਇਨ ਦੈਟ ਵੇ, ਲਾਈਕ ਐਕਸਟਰਨਲ ਕੰਡੀਸ਼ਨ ਦੈਟ ਕੈਨ ਐਡਵਰਸਲੀ ਅਫੈਕਟ ਗਰੋਥ ਡਿਵੈਲਪਮੈਂਟ ਪ੍ਰੋਡਕਟਿਵਿਟੀ। ਆਬਵੀਅਸ ਹੈ ਗਰੋਥ ਦੇ ਉੱਤੇ ਅਫੈਕਟ ਕਰੇ, ਗਰੋਥ ਦੇ ਨਾਲ ਨਾਲ ਬਾਕੀ ਦੇ ਫਿਜ਼ੀਓਲੋਜੀਕਲ ਰੋਲਸ ਦੇ ਉੱਤੇ ਅਫੈਕਟ ਕਰੇਗੀ, ਡਿਵੈਲਪਮੈਂਟ ਦੇ ਉੱਤੇ ਅਫੈਕਟ ਕਰੇਗੀ ਆਬਵੀਅਸ ਹੈ, ਐਂਡ ਪ੍ਰੋਡਕਟਿਵਿਟੀ। ਠੀਕ ਹੈ, ਸੋ ਜਿਹੜੇ ਸਟ੍ਰੈਸਿਸ ਨੇ ਦੈਟ ਵਿਲ ਟ੍ਰਿਗਰ ਅ ਵਾਈਡ ਰੇਂਜ ਆਫ ਦ ਪਲਾਂਟ ਰਿਸਪੋਂਸਿਸ ਲਾਈਕ altered gene expression, cellular metabolism, as well as changes in growth rate and crop yield. ठीक है, ਐਂਡ ਬੇਸਿਕਲੀ ਆਪਣੇ ਕੋਲ ਜਿਹੜਾ ਸਟ੍ਰੈਸ ਹੈ, ਸਟ੍ਰੈਸ ਦੇ ਆਪਣੇ ਕੋਲ ਦੋ ਮੇਜਰ ਟਾਈਪਸ ਆਉਂਦੀਆਂ ਨੇਗੀਆਂ। ਵਨ ਇਜ਼ ਬਾਇਓਟਿਕ ਟਾਈਪ ਐਂਡ ਦ ਸੈਕਿੰਡ ਵਨ ਇਜ਼ ਏ ਬਾਇਓਟਿਕ ਟਾਈਪ। ਬਾਇਓਟਿਕ ਟਾਈਪ ਵੈਸੇ ਤੁਸੀਂ ਉਸ ਦੇ ਵਿੱਚ ਵੀ ਪੜ੍ਹ ਕੇ ਆਏ ਆ ਇਨ ਯੋਰ ਮਾਈਕੋਲੋਜੀ ਦੇ ਵਿੱਚ ਵੀ ਤੁਸੀਂ ਪੜ੍ਹਿਆ ਹੋਣਾ ਵਾ ਪਲਾਂਟ ਪੈਥੋਜਨ ਦੇ ਵਿੱਚ, ਆਈ ਥਿੰਕ ਇਹ ਪਲਾਂਟ ਪੈਥੋਲੋਜੀ 'ਚ ਪੜ੍ਹਿਆ ਹੋਏਗਾ। ਸੋ ਉਸ ਦੇ ਵਿੱਚ ਕਹਿ ਲਓ ਕਿ ਜਿਹੜੇ ਪੈਥੋਜਨ ਦੇ ਥਰੂ ਪਲਾਂਟਸ ਕਿੱਦਾਂ ਕੋਪ ਅਪ ਕਰਦੇ ਨੇ ਐਂਡ ਹਾਊ ਦੇ ਵਿਲ ਲੈਟ ਟੂ ਦ ਫਾਰਮੇਸ਼ਨ ਆਫ ਦ ਡਿਫਰੈਂਟ chemicals like jasmonic acid or salicylic acid, and they will lead to the formation of a high resistance responses like in that way to cope up with that of the pathogen। ठीक है, सो ये चीज़ां तुसीं पहलां भी पढ़ के आए हुए हो बायोटिक वगैरह, ਉਹੀ ਸੇਮ ਇਸ ਦੇ ਵਿੱਚ ਵੀ ਕਰਨਾ ਵਾ। ਨੈਕਸਟ ਆਉਂਦਾ ਆਪਣੇ ਕੋਲ ਏ ਬਾਇਓਟਿਕ। ਏ ਬਾਇਓਟਿਕ ਦੇ ਵਿੱਚ ਓਬਵੀਅਸ ਹੈ ਕੋਈ ਵੀ ਐਨਵਾਇਰਮੈਂਟਲ ਫੈਕਟਰ ਜਾਂ ਕੋਈ ਵੀ ਫਿਜ਼ੀਕਲ ਔਰ ਕੈਮੀਕਲ ਐਨਵਾਇਰਮੈਂਟ ਦੇ ਥਰੂ ਕਹਿ ਲਓ ਕਿ ਅਫੈਕਟ ਹੋਵੇ। ਠੀਕ ਹੈ, ਪਲਾਂਟਸ ਉੱਤੇ ਦੈਟ ਮੇ ਬੀ ਅਰਾਈਜ਼ ਡਿਊ ਟੂ ਦੇਅਰ ਐਕਸੈਸ ਔਰ ਡਿਊ ਟੂ ਦੇਅਰ ਡੈਫੀਸ਼ੀਐਂਸੀ। ਠੀਕ ਹੈ, ਜਾਂ ਤਾਂ ਉਹਦਾ ਐਕਸੈਸ ਬਿਕੋਜ਼ always we have listened कि excess of everything is bad। so अगर किसी चीज़ का excess ਦੇ ਵਿੱਚ ਹੋਣਾ ਜਾਂ ਬਿਲਕੁਲ ਕਮੀ ਹੋਣੀ ਤਾਂ ਉਹਦੇ ਨਾਲ ਕੀ ਹੈ that will lead to a stress condition। ਠੀਕ ਹੈ, and the biotic and abiotic stress can reduce average plant productivity up to 65% to 87%। that will depend upon the crop। clear, and plant responses to that of the abiotic stress arises from an excessive just ਆਪਾਂ ਹੁਣੀ ਆਪਾਂ ਗੱਲ ਕਰਕੇ ਚੁੱਕੇ ਹਾਂ, it is just a rapid on and environmental factors like ਆਪਣੇ ਕੋਲ ਆ ਗਏ ਵਾਟਰ ਲੌਗਿੰਗ ਹੋ ਗਿਆ। ਠੀਕ ਹੈ, ਡਰਾਟ ਕੰਡੀਸ਼ਨਸ ਹੋ ਗਈਆਂ, ਜਾਂ ਪਾਣੀ ਦਾ ਵੱਧ ਹੋਣਾ ਜਾਂ ਪਾਣੀ ਦਾ ਬਿਲਕੁਲ ਘੱਟ ਜਾਣਾ। ਠੀਕ ਹੈ, ਹਾਈ ਔਰ ਲੋ ਟੈਂਪਰੇਚਰ ਹੋ ਜਾਣੇ, ਐਕਸੈਸਿਵ ਸੋਇਲ ਜਿਹੜੀ ਸਲਾਈਨਿਟੀ ਜਿਹੜੀ ਹੈ ਉਹ ਹੋ ਜਾਣੀ, ਜਾਂ ਇਨਐਡੂਕੇਟ ਮਿਨਰਲ ਹੋਣੇ ਸੋਇਲ ਦੇ ਵਿੱਚ, ਜਾਂ ਟੂ ਮੱਚ ਔਰ ਟੂ ਲਿਟਲ ਲਾਈਟ ਅਗਰ ਆਪਣੇ ਕੋਲ ਹੈ। ਸੋ ਦੈਟ ਵਿਲ ਲੀਡ ਟੂ ਦ ਐਨਵਾਇਰਮੈਂਟਲ ਸਟ੍ਰੈਸ ਕੰਡੀਸ਼ਨ ਔਰ ਦ ਏਬਾਇਓਟਿਕ ਸਟ੍ਰੈਸ ਕੰਡੀਸ਼ਨਸ। ਠੀਕ ਹੈ, ਸੋ ਦੈਟ ਵਿਲ ਪ੍ਰੋਸੀਡਿੰਗ ਟੂਵਰਡਸ ਆਰ ਪਲਾਂਟ ਟੂ ਬੀ ਗੈਟ ਇਨ ਟੂ ਦ ਸਟ੍ਰੈਸ ਕੰਡੀਸ਼ਨਸ। ਠੀਕ ਹੈ, and also another type is the phytotoxic compound that is the ozone। ठीक है, that also creates a stress in case of plants। and ਜਿਹੜੀ plant ਦੀ resistance ਹੈ or sensitivity ਹੈ to that of the stress that is depend upon their species, genotype as well as the development age। ठीक है, सो स्पीशीज़ ਦੇ ਉੱਤੇ ਡਿਪੈਂਡ ਕਰਦਾ ਜਾਂ ਉਸਦੇ ਜੀਨੋਟਾਈਪ ਦੇ ਉੱਤੇ ਡਿਪੈਂਡ ਕਰਦਾ ਜਾਂ ਕਹਿ ਲਓ ਕਿ ਡਿਵੈਲਪਮੈਂਟ ਏਜ ਦੇ ਉੱਤੇ।
and how the plant respond to the environmental stress. एक overall ਜਿਹੜਾ ਆਪਾਂ view just ਇਹਦੇ ਵਿੱਚ show ਕਰ ਦਿੰਦੇ ਹਾਂ ਕਿ like here we are having an environmental stress ਦੇ ਨਾਲ ਕਹਿ ਲਓ ਕਿ ਕੋਈ ਵੀ ਅਗਰ ਅਫੈਕਟ ਜਿਹੜਾ ਪੈ ਰਿਹਾ ਵਾ ਠੀਕ ਹੈ ਲਾਈਕ ਜੇ ਥੋੜ੍ਹੇ ਬਹੁਤ ਸਟਰੈਸ ਕੰਡੀਸ਼ਨਸ ਵੱਧਦੀਆਂ ਜਾਂਦੀਆਂ ਨੇਗੀਆਂ ਦੈਟ ਵਿਲ ਅਫੈਕਟ ਦ ਆਰਗਨ ਔਰ ਟਿਸ਼ੂ ਠੀਕ ਹੈ ਐਂਡ ਡਿਊਰੇਸ਼ਨ ਵੱਧਦੀ ਜਾਂਦੀ ਹੈ ਜੇ ਸਟਰੈਸ ਦੀ ਦੈਟ ਵਿਲ ਲੈਡ ਟੂ ਦ affect in case of the development as well as the number of exposure कि कितना time तक exposed on रहा towards that stress condition that are also affecting the development case and अगर continuation हो जाए stress से that will lead to a change in their genotype ठीक है so genotype ਦੇ ਵਿੱਚ change ਆ ਸਕਦਾ and ਇਹ ਚੀਜ਼ਾਂ ਜਿਹੜੀਆਂ ਨੇਗੀਆਂ ਇਹਨਾਂ ਦੇ ਵਿੱਚ ਚੇਂਜਿਸ ਆਉਂਦੇ ਨੇਗੇ ਜੀ ਆਰਗਨ ਔਰ ਟਿਸ਼ੂ ਡਿਵੈਲਪਮੈਂਟ ਦੇ ਵਿੱਚ ਜਾਂ ਸਟੇਜਿਸ ਦੀ ਡਿਵੈਲਪਮੈਂਟ ਦੇ ਵਿੱਚ ਜਾਂ ਜੀਨੋਟਾਈਪ ਦੀ ਡਿਵੈਲਪਮੈਂਟ ਦੇ ਵਿੱਚ ਅਗਰ ਇਸ ਦੇ ਅਕੋਰਡਿੰਗਲੀ ਪਲਾਂਟ ਜਿਹੜਾ ਰੈਜ਼ਿਸਟੈਂਸ ਹੈਗਾ ਦੈਟ ਇਟ ਵਿਲ ਲੈਡ ਟੂ ਦ ਸਰਵਾਈਵਲ ਐਜ਼ ਵੈਲ ਐਜ਼ ਦੇ ਗਰੋਥ whereas if they are not resistant to that kind of environmental stress they will lead to the death ठीक है so stress resistance mechanisms ਨੇਗੇ ਆਪਣੇ ਕੋਲ one is avoidance mechanism ਠੀਕ ਹੈ ਅਵੋਇਡੈਂਸ ਮੈਕੈਨਿਜ਼ਮ ਕਹਿ ਸਕਦੇ ਹੋ ਜਾਂ ਆਪਾਂ ਗੱਲ ਕਰ ਸਕਦੇ ਹਾਂ ਕਿ ਜਿਹੜੇ ਐਕਸਪੋਜਰ ਹੈ ਸਟਰੈਸ ਦੇ ਅਕੋਰਡਿੰਗਲੀ ਕਿ ਸਟਰੈਸ ਜਿਹੜਾ ਵੀ ਕੋਈ ਅਗਰ ਪਲਾਂਟ ਦੇ ਉੱਤੇ ਆ ਰਿਹਾ ਵਾ ਵਾਟਰ ਸਟਰੈਸ ਹੈ ਜਾਂ ਹੀਟ ਸਟਰੈਸ ਹੈ ਸੋ ਉਸ ਚੀਜ਼ ਤੋਂ ਆਪਣੇ ਆਪ ਨੂੰ ਕਿੱਦਾਂ ਉਹ ਪ੍ਰੀਵੈਂਟ ਕਰਦੇ ਹਨ ਟੂ ਦੈਟ ਆਫ ਦਾ ਐਕਸਪੋਜਰ ਟੂ ਦਾ ਸਟਰੈਸ ਐਂਡ ਅਨਦਰ ਇਜ਼ ਟੋਲਰੈਂਸ ਮੈਕੈਨਿਜ਼ਮ ਟੋਲਰੈਂਸ ਮੀਨਸ ਜਿਹੜੀ ਪਲਾਂਟ ਦੀ ਫਿਟਨੈਸ ਹੈ plant fitness to cope up with an unfavorable environment so that is termed as a stress tolerance ठीक है so that will provide a plant basically a internal strength to cope up with that unfavorable environment ठीक है and acclimation ਕਹਿ ਸਕਦੇ ਹੋ ਜਾਂ ਆਪਾਂ ਗੱਲ ਕਰ ਸਕਦੇ ਹਾਂ ਕਿ hardened ਵੀ ਇਹਨੂੰ ਇੱਕ ਆਪਾਂ ਟਰਮ ਦੇ ਸਕਦੇ ਹਾਂ ਜਾਂ ਇਟ ਇਜ਼ ਸਮਵਟ ਸਿਮਿਲਰ ਟੂ ਦੈਟ ਆਫ ਦਾ ਐਡੈਪਟੇਸ਼ਨ ਦੀ ਵੀ ਆਪਾਂ ਗੱਲ ਕਰ ਸਕਦੇ ਹਾਂ ਬਟ ਇਹ ਥੋੜ੍ਹੀ ਜਿਹੀ ਐਕਲੀਮੇਸ਼ਨ ਜਿਹੜੀ ਹੈ ਅਡੈਪਟੇਸ਼ਨ ਟਰਮ ਤੋਂ ਡਿਫਰ ਹੈ ਪਹਿਲਾਂ ਐਕਲੀਮੇਸ਼ਨ ਕੀ ਹੈ ਕਿ ਜਿਹੜੀ ਟੋਲਰੈਂਸ ਹੈ ਇਫ ਹੈਜ਼ ਟੂ ਬੀ ਇਨਕਰੀਜ਼ਡ if tolerance is increases one by one as a result of exposure to the prior stress plant said to be acclimated ਠੀਕ ਹੈ ਸੋ ਉਸਦੇ ਨਾਲ ਕੀ ਹੈ ਕਿ ਜਿਹੜੀ ਉਸ ਵਿੱਚ ਫਿਜ਼ੀਓਲੋਜੀ ਹੈ ਦੈਟ ਇਜ਼ ਗੈਟ ਟੂ ਬੀ ਆਲਟਰਡ ਫਿਜ਼ੀਓਲੋਜੀ ਉਸ ਦੇ ਵਿੱਚ ਆਲਟਰਿੰਗ ਹੋ ਜਾਏਗੀ ਇਨ ਰਿਸਪੌਂਸ ਟੂ ਦੈਟ ਆਫ ਦਾ ਸਟਰੈਸ ਵੇਅਰ ਐਜ਼ adaptation is usually refers to a genetically determined level of resistance that is basically acquired by a process of selection over many generations ਠੀਕ ਹੈ ਸੋ ਉਹਨੂੰ ਆਪਾਂ adaptation ਕਹਿ ਦਿੰਦੇ ਹਾਂ so this is the things regarding the stress next is ਜਿਹੜੀ ਹੁਣੀ ਆਪਾਂ ਗੱਲ ਕੀਤੀ ਸੀ ਕਿ adaptation ਜਾਂ ਕਹਿ ਲਓ ਕਿ ਜਿਹੜੇ ਜੈਨੇਟਿਕ ਲੈਵਲ 'ਤੇ ਚੇਂਜ ਆਉਂਦਾ ਵਾ ਠੀਕ ਹੈ ਸੋ ਇਸ ਦੇ ਵਿੱਚ ਜਿਹੜੀ ਚੇਂਜਿਸ ਆਉਂਦੀਆਂ ਹਨ ਜੈਨੇਟਿਕ ਜੀਨ ਐਕਸਪ੍ਰੈਸ਼ਨ ਟੂ ਦੈਟ ਆਫ ਦਾ ਸਟਰੈਸ ਹੇਅਰ ਸਟਰੈਸ ਰਿਸਪੌਂਸ ਇਜ਼ ਇਨੀਸ਼ੀਏਟਿਵ ਵੈਨ ਦ ਪਲਾਂਟ ਰਿਕੋਗਨਾਈਜ਼ ਦ ਸਟਰੈਸ ਐਟ ਸੈਲੂਲਰ ਲੈਵਲ ਪਹਿਲਾਂ ਸੈਲੂਲਰ ਲੈਵਲ ਦੇ ਉੱਤੇ ਰਿਕੋਗਨਾਈਜ਼ ਹੁੰਦਾ ਦੈਨ ਇਟ ਵਿਲ ਐਕਟੀਵੇਟਸ ਅ ਸਿਗਨਲ ਟ੍ਰਾਂਸਡਕਸ਼ਨ ਪਾਥਵੇ ਦੈਟ ਟ੍ਰਾਂਸਮਿਟ ਦ ਇਨਫੋਰਮੇਸ਼ਨ ਵਿਦਨ ਦ ਇੰਡੀਵਿਜੂਅਲ ਸੈਲ and throughout the plant body ठीक है and changes in the gene expression may modify the growth development and even influence their reproductive capabilities also ठीक है so here this is general overview of plant response to that of the stress कि like कोई भी अगर stress है ओजोन हो गया extreme temperature हो गया flooding होगी drought हो गई salt conditions हो गई ठीक है so ਉਹਦੇ ਨਾਲ ਕੀ ਹੈ ਸਟਰੈਸ ਜਿੱਦਾਂ ਹੀ ਰਿਕੋਗਨਾਈਜ਼ ਕਰੇਂਗੇ ਜੀਨਸ ਜਿਹੜੇ ਹੈ ਦੈਟ ਵਿਲ ਲੈਡ ਟੂ ਅ ਸਿਗਨਲ ਟ੍ਰਾਂਸਡਕਸ਼ਨਿੰਗ ਮੈਕੈਨਿਜ਼ਮ ਦੈਟ ਵਿਲ ਲੈਡ ਟੂ ਦਾ ਆਲਟਰਡ ਸੈਲੂਲਰ ਮੈਟਾਬੋਲਿਜ਼ਮ ਐਂਡ ਆਲਟਰਡ ਸੈਲੂਲਰ ਮੈਟਾਬੋਲਿਜ਼ਮ ਦੇ ਨਾਲ ਕੀ ਇਫੈਕਟ ਹੋਏਗਾ ਦੈਟ ਇਜ਼ ਔਨ ਦਾ ਫਿਜ਼ੀਓਲੋਜੀਕਲ ਐਂਡ ਡਿਵੈਲਪਮੈਂਟਲ ਇਵੈਂਟਸ ਉੱਤੇ ਇਫੈਕਟ ਹੋਏਗਾ ਉਸ ਦੇ ਵਿੱਚ ਠੀਕ ਹੈ ਸੋ ਦਿਸ ਇਜ਼ ਦਾ ਓਵਰਆਲ ਵਿਊ ਹਾਊ ਦ ਪਲਾਂਟਸ ਗੈਟ ਰਿਸਪੌਂਡਡ ਟੂਵਰਡਸ ਦ ਸਟਰੈਸ ਠੀਕ ਹੈ ਸੋ and another things are also to be regulating the plant stress like when the plant is under the stress condition there are a number of hormones which has to be generated for coping up that particular stress like abscisic acid ho gaya ye aapa piche vi karke aaye abscisic acid like which helps in the closing of the stomata major the functions hai theek hai so it will avoid the removal of the water from that particular
प्लांट, ठीक है। जस्मोनिक एसिड हो गया कि पैथोजन्स वगैरह नेगे अगर वो आते हैं सो उस अकॉर्डिंगली भी इसकी जी सिंथेसिस टेक प्लेस होंगी है। जस्मोनिक एसिड एंड प्लस इतने सैलिसिलिक एसिड भी आना सीगा, वो मैं लिखना रह गया। सो सैलिसिलिक एसिड ऑल्सो एंड अनदर वन इज इथाइलिन ऑल्सो, ठीक है। ये आप पढ़ ही चुके हैं। कैल्शियम हो गया, कैल्शियम सिग्नलिंग ट्रांसडक्शन मैकेनिज्म जो वो इनिशिएट हो जाता वा, ठीक है। सो they are the basic hormones as well as ions which are to be released during the time of plant stress conditions, ठीक है। and ਜਿਹੜੇ gene expressions ਨੇ that will result in the increased amount of specific mRNA, enhanced translation, stabilizes the proteins and altered protein activity, or it is a combination of all the above things, ठीक है। so next is stress involving the water deficit। वाटर डेफिशिएंट इन द सेंस कि वाटर की कमी आ जानी। हुण अगर पानी घट है, ठीक है, सो पानी घट इन द सेंस कि वाटर जिहड़े रिलेटेड स्ट्रेस ने कुड अफेक्ट द प्लांट इफ द एनवायरमेंटल कंटेन्स इनसफिशेंट वाटर टू मीट द बेसिक नीड्स। सो जिहड़ी प्लांट्स दियां बेसिक नीड्स की नेगियां दैट इज़ दे विल परफॉर्म द प्रोसैस ऑफ फोटोसिंथेसिस, ठीक है। उसकी यही बेसिक नीड है ना, तो ਉਹੀ अगर बेसिक नीड वो पूरी नहीं कर पा रहा है ड्यू टू द डेफिशिएंसी और द इनसफिशिएंसी ऑफ द वाटर, सो दैट इज़ लीड टू द वाटर डेफिशिएंट कंडीशन, ठीक है, और वाटर डेफिशिएंट स्ट्रेस कंडीशन। या आप कह सकते हैं कि कोई भी वाटर कंटेंट है टिश्यू का या सैल का दैट इज़ बिलो द हाईएस्ट वाटर कंटेंट एग्जिबिटेड एट द मोस्ट हाइड्रेटेड स्टेट, सो दैट विल लीड टू द वाटर डेफिशिएंट, ठीक है। सो ये तो चीज़ां हैगियां नेगियां कि वाटर डेफिशिएंसी किद्दां आंदी है, ठीक है, कि वाटर जिहड़ा कंटेंट है उसकी कमी आ जानी, ठीक है, जिहदे नाल अपने बाकी दे प्रोसैसिस भी कैरीड आउट नहीं कर सकदा हैगा। बट इस चीज़ तो बचन लई कह लो कि डिफरेंट मैकेनिज्म्स जिहड़े ने प्लांट वो अडैप्ट कर लेंदे ने, लाइक दे आर हैविंग अ ड्रॉट रेजिस्टेंट मैकेनिज्म्स which are to be we can divide into a basically different types like desiccation postponent है, desiccation postponent desiccation postponent उसदे विच की है कि ਉਹਦੀ अबिलिटी जिहड़ी है फॉर मेनटेनिंग द टिश्यू हाइड्रेशन, कि टिश्यू की हाइड्रेशन ਨੂੰ मेनटेन करके रखना, ਉਹਦੇ ਵਿੱਚ ਕੀ ਕਰਦੇ ਨੇ कि डेसिकेशन ਨੂੰ पोस्टपोन कर ਦਿੰਦੇ ਨੇਗੇ, ठीक है। सो दैट्स वाई इट इज़ टर्म टू बी एज डेसिकेशन पोस्टपोनमेंट, ठीक है। एंड सैकेंड आंदा अपने को डेसिकेशन टॉलरेंस। डेसिकेशन टॉलरेंस दे विच की है कि जिहड़ी अबिलिटी है टू फंक्शन वाइल डिहाइड्रेटेड, ठीक है। सो दैट विल लेड टू अ ड्रॉट अवॉइडेंस, के ड्रॉट नो अवॉइड ऑन करना बाय मेनटेनिंग अ हाइड्रेशन लैवल, ठीक है, या ड्रॉट नो एस्केप आउट कर जाना है कि जिहड़े प्लांट्स ने कंप्लीट देयर लाइफ साइकिल ड्यूरिंग द वैट सीजन, कि जिहड़े वैट सीजन दे विच अपने लाइफ साइकिल ਨੂੰ कंप्लीट ऑन कर लैन बिफोर द ऑन सैटिंग ऑफ द ड्रॉट, सो दैट इज़ टू बी टर्म्ड एज अ ड्रॉट एस्केप, कि ये जस्ट एक कैपेबिलिटीज़ प्लांट्स जिहड़ियां डेवलप कर लेंदे ने, या तो उस चीज़ के अकॉर्डिंगली टॉलरेट कर लेंदे कि अपनी कैपेबिलिटी सॉरी अपने आप नूं कैपेबल बना लेंदे ने कि ड्रॉट कंडीशन दे विच या उस तरीके दे जीन्स जिहड़े ने वो अडाप्ट हो जान या बनने शुरू हो जान जिहड़े उसके अकॉर्डिंगली प्लांट्स नूं हेल्प करवान कि वो कंडीशनस नूं अडाप्ट कर सकन, ठीक है। या हो सकता कि ड्रॉट रेजिस्टेंस हो जाए सेम जस्ट लाइक दैट के जिहड़े पोस्टपोनमेंट जिहड़ी है वो कर दें, ठीक है, या टिश्यू हाइड्रेशन लैवल ਨੂੰ मेनटेन करके फरदर जिहड़ी डेसिकेशन लैवल है उसनूं पोस्टपोन कर दें, ठीक है। एंड हियर we are having a different factors which are to be affected due to the stress condition, yes, simply कह सकते हैं water deficient condition here, that will first it will lead to a decreased leaf area। so पहली चीज़ की होएगी कि जिद्दां ही पानी घट जांदा वा, पानी घटेगा obvious है that will totally affecting the leaf area ਨੂੰ totally affect on करेगा, ठीक है। so leaf area ਜਿਹੜਾ ਵਾ that is it will be act as an early adaptive response, so early adaptive response है to that of the water deficient, ठीक है। सो इस दे विच की है कि ਜਿਹੜਾ ਆਪਣੇ ਕੋਲ